ਅੱਜ सीएम मान ਦੇ ਵੱਲੋਂ पंचायती ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਵੱਡੀ ਕਾਰਵਾਈ ਕਰਦੇ 2828 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ, ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੋਂ ਲੈ ਕੇ ਵੱਡੇ ਰਸੂਖਦਾਰਾਂ ਦੇ ਨਾਮ ਸਾਹਮਣੇ ਆਏ ਨੇ, ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਦੱਬੀ ਹੋਈ ਸੀ। ਸਭ ਤੋਂ ਪਹਿਲਾਂ ਦੇਰੀ ਨਾ ਕਰਦੇ ਹੋਏ ਗ੍ਰਾਫਿਕਸ ਦੇ ਜ਼ਰੀਏ ਸਮਝਦੇ ਆ ਕਿ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਉਹਨਾਂ ਦੇ ਧੀ ਜਵਾਈ, ਉਹਨਾਂ ਦੇ ਪੁੱਤ, ਉਹਨਾਂ ਤੋਂ ਇਲਾਵਾ ਹੋਰ ਕਿਹੜੇ ਵੱਡੇ ਰਸੂਖਦਾਰ ਨੇ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ। ਗ੍ਰਾਫਿਕਸ ਦੇ ਜ਼ਰੀਏ ਸਮਝਦੇ ਆ। ਸਭ ਤੋਂ ਪਹਿਲਾ ਨਾਮ ਆਂਦਾ ਹੈ ਲੋਕ ਸਭਾ ਮੈਂਬਰ, ਸੰਗਰੂਰ ਤੋਂ ਲੋਕ ਸਭਾ ਮੈਂਬਰ ਨੇ ਸਿਮਰਨਜੀਤ ਸਿੰਘ ਮਾਨ। ਉਹਨਾਂ ਦੇ ਪੁੱਤਰ ਇਮਾਨ ਸਿੰਘ ਮਾਨ ਨੇ 125 ਏਕੜ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ। ਜੀ ਹਾਂ, ਮੋਹਾਲੀ ਦੇ ਨੇੜੇ ਜਿਹੜਾ ਛੋਟਾ ਵੱਡਾ ਨੰਗਲ ਦਾ ਏਰੀਆ ਹੈ ਅਤੇ ਮੁੱਲਾਪੁਰ, ਮੋਹਾਲੀ ਦੇ ਨੇੜੇ ਮੁੱਲਾਪੁਰ ਇਲਾਕੇ ਦੇ ਵਿੱਚ ਜਿਹੜੀ ਇਹ ਜ਼ਮੀਨ ਹੈ, ਕਰੀਬ 2828 ਏਕੜ ਜ਼ਮੀਨ ਤੋਂ ਸੀਐਮ ਮਾਨ ਨੇ ਕਬਜ਼ਾ ਛੁਡਵਾਇਆ ਹੈ। ਤੇ ਇਹ ਜ਼ਮੀਨ ਦੇ ਵਿੱਚ ਇਹ ਵੀ ਦੱਸ ਦਿੰਦੇ ਆ कि 250 ਏਕੜ मैदानी ਜ਼ਮੀਨ है ਤੇ ਬਾਕੀ ਪਹਾੜੀ ਜ਼ਮੀਨ ਦਾ ਇਲਾਕਾ ਦੱਸਿਆ ਜਾ ਰਿਹਾ, ਜਿਸ ਦੇ ਕੋਲੋਂ ਸੀਐਮ ਮਾਨ ਨੇ ਆਪ ਪਹੁੰਚ ਕੇ ਉਹਨਾਂ ਦਾ ਕਾਫਲਾ ਪਹੁੰਚਦਾ ਹੈ ਤੇ ਇਸ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਜਾਂਦਾ, ਜਿਸ ਦੇ ਵਿੱਚ 50 ਕਰੋੜ ਦੀ ਖੈਰ ਦੀ ਲੱਕੜ ਵੀ ਸ਼ਾਮਲ ਹੈ। ਤਾਂ ਦੱਸ ਦਿੰਦੇ ਆ ਕਿ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ, ਜਿਨ੍ਹਾਂ ਦੇ ਪੁੱਤਰ ਨੇ 125 ਏਕੜ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ, ਉਹ ਅੱਜ ਸੀਐਮ ਮਾਨ ਨੇ ਛੁਡਵਾਇਆ। ਇਸ ਤੋਂ ਇਲਾਵਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਧੀ ਤੇ ਜਵਾਈ ਦੇ ਕਬਜ਼ੇ ਹੇਠ 28 ਏਕੜ ਜ਼ਮੀਨ ਤੇ ਜਿਹੜਾ ਨਾਜਾਇਜ਼ ਕਬਜ਼ਾ ਸੀ, ਉਸ ਨੂੰ ਵੀ ਸੀਐਮ ਮਾਨ ਨੇ ਛੁਡਵਾਇਆ। ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਉਹਨਾਂ ਦੇ ਮੁੰਡੇ ਦਾ ਨਾਮ ਵੀ ਸਾਹਮਣੇ ਆਇਆ, ਹਰਮਨਦੀਪ ਸਿੰਘ ਧਾਲੀਵਾਲ, ਉਸ ਦੇ ਹੇਠ 5 ਏਕੜ ਜ਼ਮੀਨ ਦੱਬੀ ਹੋਈ ਸੀ। ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੁਡਵਾਇਆ ਗਿਆ ਹੈ। ਗੁਰਪ੍ਰੀਤ ਸਿੰਘ ਕਾਂਗੜ ਹੈ, ਸਾਬਕਾ ਮੰਤਰੀ ਹੈ। ਦੂਜੇ ਪਾਸੇ ਫੌਜਾ ਸਿੰਘ, ਜੋ ਕਿ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਨਾਲ ਸੰਬੰਧ ਰੱਖਦਾ, ਮੋਹਾਲੀ ਦੇ ਵਿੱਚ ਉਸ ਦੇ ਹੇਠ 1100 ਏਕੜ ਜ਼ਮੀਨ ਜਿਹੜੀ ਨਾਜਾਇਜ਼ ਦੱਬੀ ਹੋਈ ਸੀ। ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। 1100 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਤੇ ਦੀਪਕ ਬਾਂਸਲ ਪੁੱਤਰ ਰੂਪਚੰਦ ਬਾਂਸਲ, ਜਿਸ ਦੇ ਹੇਠ 12 ਏਕੜ ਜ਼ਮੀਨ ਦੱਬੀ ਹੋਈ ਸੀ। ਤੇਜਵੀਰ ਸਿੰਘ ਪੁੱਤਰ ਦੇ ਹੇਠ 10 ਏਕੜ ਜ਼ਮੀਨ ਦੱਬੀ ਹੋਈ ਸੀ। ਰੀਟਾ ਸ਼ਰਮਾ, ਪੀਟੀਸੀ ਚੈਨਲ ਦੇ ਨਾਲ ਸੰਬੰਧਿਤ, ਪੀਟੀਸੀ ਦੇ ਨਾਲ ਸੰਬੰਧ ਰੱਖਦੀ ਰੀਟਾ ਸ਼ਰਮਾ ਦੇ ਹੇਠ 4 ਏਕੜ ਜ਼ਮੀਨ ਦੱਬੀ ਹੋਈ ਸੀ। ਇਸ ਦਾ ਖੁਲਾਸਾ ਜਿਹੜਾ ਹੈ ਸੀਐਮ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਕੀਤਾ ਗਿਆ। ਦੀਪਿੰਦਰਪਾਲ ਚਹਿਲ ਪੁੱਤਰ ਬਲਦੇਵ ਸਿੰਘ, ਉਸ ਦੇ ਹੇਠ 8 ਏਕੜ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ। ਤੇ ਫਿਰ ਮਨਜੀਤ ਸਿੰਘ ਧਨੋਆ ਦਾ ਨਾਮ ਸਾਹਮਣੇ ਆਂਦਾ ਹੈ। ਮਨਜੀਤ ਸਿੰਘ ਧਨੋਆ ਦੇ ਹੇਠ ਵੀ ਜਿਹੜੀ 5 ਏਕੜ ਜ਼ਮੀਨ ਦੱਬੀ ਹੋਈ ਸੀ। ਇਸ ਤੋਂ ਇਲਾਵਾ ਦੱਸ ਦਿੰਦੇ ਆ ਕਿ ਫੌਜਾ ਸਿੰਘ ਦੇ ਹੇਠ 1100 ਏਕੜ ਸਭ ਤੋਂ ਵੱਧ। ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਪਰਿਵਾਰ ਸਮੇਤ ਇਮਾਨ ਸਿੰਘ ਮਾਨ, ਉਹਨਾਂ ਦਾ ਪੁੱਤਰ ਹੈ। ਸਿਮਰਨਜੀਤ ਸਿੰਘ ਮਾਨ ਲੋਕ ਸਭਾ ਮੈਂਬਰ ਨੇ, ਸੰਗਰੂਰ ਤੋਂ, ਕਾਫੀ ਵੱਡਾ ਨਾਮ ਹੈ। ਤੇ ਇਹ ਵੀ ਹੈ ਕਿ ਲੋਕ ਸਭਾ ਮੈਂਬਰ ਨੇ ਉਹਨਾਂ ਦੇ ਮੁੰਡੇ ਵੱਲੋਂ ਹੀ 125 ਏਕੜ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਜਾਂਦਾ। ਇੱਕ ਵੱਡੀ ਖਬਰ ਹੈ ਇਸ ਵੇਲੇ ਦੀ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੇ ਧੀ ਤੇ ਜਵਾਈ ਪ੍ਰਭਦੀਪ ਸਿੰਘ ਸੰਧੂ ਪੁੱਤਰ ਗੁਰਦੀਪ ਸਿੰਘ ਸੰਧੂ ਤੇ ਗੋਬਿੰਦ ਸਿੰਘ ਸੰਧੂ ਪੁੱਤਰ ਪ੍ਰਭਦੀਪ ਸਿੰਘ ਸੰਧੂ ਤੇ ਨਾਨਕੀ ਕੌਰ ਪੁੱਤਰੀ ਸਿਮਰਨਜੀਤ ਸਿੰਘ ਮਾਨ। ਇਹ ਸਿਮਰਨਜੀਤ ਸਿੰਘ ਮਾਨ ਦੇ ਧੀ ਤੇ ਜਵਾਈ ਦਾ ਨਾਮ ਹੈ। 28 ਏਕੜ ਜ਼ਮੀਨ ਇਹਨਾਂ ਦੇ ਵੱਲੋਂ ਦੱਬੀ ਹੋਈ ਸੀ। ਰਿਪੁਦਮਨ ਪੁੱਤਰ ਭੁਪਿੰਦਰ ਗਾਬਾ ਤਮੁਨਾ ਨਗਰ ਵਾਲੇ 25 ਏਕੜ ਜ਼ਮੀਨ ਇਹਨਾਂ ਦੇ ਕਬਜ਼ੇ ਹੇਠੋਂ ਛੁਡਵਾਈ ਗਈ ਹੈ। ਨਵਦੀਪ ਕੌਰ ਪਤਨੀ ਰਣਜੀਤ ਸਿੰਘ 15 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਦੀਪਕ ਬਾਂਸਲ ਪੁੱਤਰ ਰੂਪਚੰਦ ਬਾਂਸਲ 12 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਅੱਗੇ ਹੈ KF ਫਾਰਮਸ ਪ੍ਰਾਈਵੇਟ ਲਿਮਿਟਡ ਜਲੰਧਰ ਵਾਲੇ, ਇਹਨਾਂ ਦੇ ਨਾਲ ਸੰਬੰਧ ਰੱਖਦੇ ਨੇ, 11 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਤੇਜਵੀਰ ਸਿੰਘ ਢਿੱਲੋਂ ਪੁੱਤਰ ਰਜਿੰਦਰ ਸਿੰਘ 10 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਇੰਦਰਜੀਤ ਸਿੰਘ ਢਿੱਲੋਂ ਪੁੱਤਰ ਬਲਦੇਵ ਸਿੰਘ ਢਿੱਲੋਂ 8 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਜਾਂਦਾ ਹੈ। ਦੀਪਿੰਦਰਪਾਲ ਚਹਿਲ ਪੁੱਤਰ ਬਲਦੇਵ ਸਿੰਘ 8 ਏਕੜ। ਸੰਦੀਪ ਬਾਂਸਲ ਪੁੱਤਰ ਰੂਪਚੰਦ ਬਾਂਸਲ 6 ਏਕੜ। ਦੂਜੇ ਪਾਸੇ ਜਿਹੜੇ ਸਾਬਕਾ ਮੰਤਰੀ ਨੇ ਗੁਰਪ੍ਰੀਤ ਸਿੰਘ ਕਾਂਗੜ, ਉਹਨਾਂ ਦਾ ਮੁੰਡਾ ਹਰਮਨਦੀਪ ਸਿੰਘ ਧਾਲੀਵਾਲ, ਉਹਨਾਂ ਦੇ ਪੁੱਤਰ ਨੇ
5 एकड़ ਜ਼ਮੀਨ ਇਹਨਾਂ ਦੇ ਕਬਜ਼ੇ ਹੇਠੋਂ ਛੁਡਵਾਈ ਗਈ ਹੈ। ਮਨਜੀਤ ਸਿੰਘ ਧਨੋਆ 5 एकड़ ਤੇ ਪੀਟੀਸੀ ਚੈਨਲ ਦੇ ਨਾਲ ਸੰਬੰਧ ਰੱਖਦੀ ਜਿਹੜੀ ਸ਼ਰਮਾ ਇੱਕ ਲੇਡੀ ਹੈ, ਉਹਨਾਂ ਦੇ ਹੇਠ ਵੀ 4 एकड़ ਜ਼ਮੀਨ ਤੋਂ, ਰੀਟਾ ਸ਼ਰਮਾ ਦੇ ਹੇਠੋਂ ਵੀ 4 एकड़ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਤਾਂ ਇਹ ਉਹ ਨਾਮ ਨੇ ਜਿਹੜੀ ਲਿਸਟ ਅੱਜ ਸੀਐਮ ਮਾਨ ਉੱਥੇ ਲੈ ਕੇ ਪਹੁੰਚੇ ਨੇ ਕਿ ਇਹ ਵੱਡੇ ਰਸੂਖਦਾਰ ਨੇ ਜਿਨ੍ਹਾਂ ਨੇ ਸਿਸਵਾ ਫਾਰਮ ਹਾਊਸ ਦੇ ਨੇੜੇ, ਮੁਹਾਲੀ ਦੇ ਨੇੜੇ ਮੁੱਲਾਪੁਰ ਇਲਾਕੇ ਦੇ ਵਿੱਚ ਜਿਹੜਾ ਕਾਫੀ ਵੱਡੇ ਪੱਧਰ ਤੇ ਪੰਚਾਇਤੀ ਜ਼ਮੀਨ ਦੱਬੀ ਹੋਈ ਸੀ, ਜਿਸ ਦੇ ਨਾਲ ਜਿਹੜਾ ਪੁਲਿਸ ਵੀ ਇਹਨਾਂ ਦੇ ਨਾਲ ਮੌਜੂਦ ਸੀ ਤੇ ਵੱਡਾ ਕਾਫਲਾ ਸੀਐਮ ਮਾਨ ਦਾ ਵੱਡਾ ਕਾਫਲਾ ਕੁਲਦੀਪ ਧਾਲੀਵਾਲ ਕੈਬਨਿਟ ਮੰਤਰੀ, ਪੰਚਾਇਤ ਮੰਤਰੀ ਨੇ ਮੌਜੂਦਾ ਸਰਕਾਰ ਦੇ, ਉਹਨਾਂ ਦੇ ਵੱਲੋਂ ਇਹ ਸਾਰੀ ਲਿਸਟ ਜਿਹੜੀ ਸੌਂਪੀ ਗਈ ਸੀ ਤੇ ਇਸ ਲਿਸਟ ਤੋਂ ਬਾਅਦ ਮੁੱਲਾਪੁਰ ਦੇ ਵਿੱਚ ਪੀਸੀ ਕੀਤੀ ਜਾਂਦੀ ਹੈ, ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਸੀਐਮ ਮਾਨ ਦੇ ਵੱਲੋਂ ਉਹਨਾਂ ਦੇ ਨਾਲ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਮੌਜੂਦ ਹੁੰਦੇ ਨੇ। ਵੱਡੇ ਪੱਧਰ ਤੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ 2828 ਏਕੜ। ਤੁਹਾਨੂੰ ਅਸੀਂ ਗ੍ਰਾਫਿਕਸ ਦੇ ਜ਼ਰੀਏ ਸਮਝਾਇਆ ਕਿ ਕਿਹੜੇ-ਕਿਹੜੇ ਉਹ ਵੱਡੇ ਰਸੂਖਦਾਰ ਨੇ ਜਿਨ੍ਹਾਂ ਦੇ ਨਾਮ ਸ਼ਾਮਿਲ ਹੋਏ ਨੇ ਇਸ ਲਿਸਟ ਦੇ ਵਿੱਚ। ਸਭ ਤੋਂ ਵੱਡੀ ਗੱਲ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਉਹਨਾਂ ਦੇ ਮੁੰਡੇ ਦੇ ਹੇਠ ਵੀ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ। ਲੋਕ ਸਭਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਹਾਲ ਹੀ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਸੰਗਰੂਰ ਤੋਂ ਲੋਕ ਸਭਾ ਮੈਂਬਰ ਨੇ ਸਿਮਰਨਜੀਤ ਸਿੰਘ ਮਾਨ, ਉਹਨਾਂ ਦੇ ਪਰਿਵਾਰ ਸਮੇਤ, ਉਹਨਾਂ ਦੇ ਪੁੱਤਰ, ਉਹਨਾਂ ਦੇ ਧੀ ਤੇ ਜਵਾਈ ਦੇ ਹੇਠ ਜਿਹੜੀ ਹੈ ਇੱਕ ਦੇ 28 ਏਕੜ ਜ਼ਮੀਨ ਹੈ ਉਹਨਾਂ ਦੇ ਨਾਮ, ਇੱਕ ਦੇ 125 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਤਾਂ ਵੱਡਾ ਇਹ ਜਿਹੜੇ ਕਾਰਵਾਈ ਅਸੀਂ ਕਹਿ ਸਕਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ। ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹੜੀ ਸਕੀਮ ਖੋਲੀ ਗਈ ਸੀ ਕਿ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣੇ ਨੇ, ਇਸ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਗਿਆ ਸੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਤੇ ਹੁਣ ਤੱਕ ਕਿਹਾ ਜਾ ਰਿਹਾ 6200 ਏਕੜ ਜ਼ਮੀਨ ਤੇ ਕਬਜ਼ਾ ਛੁਡਵਾਇਆ ਗਿਆ ਸੀ ਕੱਲ ਤੱਕ, ਤੇ ਅੱਜ 2828 ਏਕੜ ਜ਼ਮੀਨ ਜਿਹੜੀ ਹੈ ਉਸ ਤੋਂ ਕਬਜ਼ਾ ਛੁਡਵਾਇਆ ਸੀਐਮ ਮਾਨ ਨੇ। ਸਭ ਤੋਂ ਵੱਡੀ ਗੱਲ ਇਹ ਹੈ ਹੁਣ ਤੱਕ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਪਿੰਡ-ਪਿੰਡ ਜਾ ਕੇ ਉਹਨਾਂ ਨੇ ਕਬਜ਼ੇ ਛੁਡਵਾਏ ਨੇ ਪੰਚਾਇਤੀ ਜ਼ਮੀਨਾਂ ਤੋਂ, ਲੇਕਿਨ ਅੱਜ ਪਹਿਲੀ ਵਾਰ ਹੋਇਆ ਕਿ ਸੀਐਮ ਮਾਨ ਆਪ ਆਪਣੇ ਕਾਫਲੇ ਦੇ ਸਮੇਤ ਮੁਹਾਲੀ ਦੇ ਨੇੜੇ ਜਿਹੜਾ ਹੈ ਮੁੱਲਾਪੁਰ ਇਲਾਕੇ ਦੇ ਵਿੱਚ ਪਹੁੰਚਦੇ ਨੇ। ਛੋਟੀ ਵੱਡੀ ਨੰਗਲ ਦੇ ਇਲਾਕੇ ਦੇ ਵਿੱਚ 2828 ਏਕੜ ਜ਼ਮੀਨ ਤੋਂ, ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਜਾਂਦਾ ਹੈ। ਵੱਡੀ ਖਬਰ ਹੈ 2828 ਏਕੜ। ਜੇਕਰ ਇਸ ਜ਼ਮੀਨ ਦੀ ਗੱਲ ਕੀਤੀ ਜਾਵੇ, ਕਿਉਂਕਿ ਚੰਡੀਗੜ੍ਹ ਮੁਹਾਲੀ ਦੇ ਨੇੜੇ ਜ਼ਮੀਨਾਂ ਦੇ ਜਿਹੜੇ ਰੇਟ ਨੇ ਉਹ ਕਾਫੀ ਜ਼ਿਆਦਾ ਉਪਾ ਆਸਮਾਨ ਚੁੰਦੇ ਹੋਏ ਭਾਅ ਨਜ਼ਰ ਆਉਂਦੇ ਨੇ, ਕਿਉਂਕਿ ਮੁਹਾਲੀ ਦੇ ਵਿੱਚ ਜਿਹੜੇ ਲੋਕ ਨੌਕਰੀ ਕਰਦੇ ਨੇ, ਆਪਣੀ ਰੋਜ਼ੀ ਰੋਟੀ, ਰੋਜ਼ ਦੀ ਕਮਾਈ ਕਰਦੇ ਨੇ, ਉਹ ਸੋਚ ਵੀ ਨਹੀਂ ਸਕਦੇ ਕਿ ਅਸੀਂ ਇੱਕ ਘਰ ਖਰੀਦ ਲਈਏ ਜਾਂ ਇੱਕ ਪਲਾਟ ਖਰੀਦ ਲਈਏ। ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਦੀਆਂ ਉਮਰਾਂ ਨਿਕਲ ਗਈਆਂ, ਸ਼ਾਇਦ ਉਹਨਾਂ ਦੇ ਵੱਲੋਂ ਵੀ ਹਜੇ ਤੱਕ ਆਪਣਾ ਚੰਡੀਗੜ੍ਹ ਦੇ ਵਿੱਚ ਆਪਣਾ ਮਕਾਨ ਉਹ ਨਹੀਂ ਬਣਾ ਸਕੇ ਹੋਣਗੇ, ਲੇਕਿਨ ਅਜਿਹੇ ਦੇ ਵਿੱਚ ਇਹ ਪੰਚਾਇਤੀ ਜ਼ਮੀਨਾਂ ਦੇ ਉੱਤੇ ਵੱਡੇ ਰਸੂਖਦਾਰ ਜਿਹੜੇ ਕਬਜ਼ੇ ਕਰਦੇ ਨੇ, ਇਹ ਪਤਾ ਨਹੀਂ ਕਦੋਂ ਤੋਂ ਕਬਜ਼ਾ ਕੀਤਾ ਹੋਇਆ ਸੀ, ਕਿਉਂਕਿ ਲੰਮੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਵੇਲੇ ਵੀ ਕਬਜ਼ੇ ਹੁੰਦੇ ਆਏ ਨੇ ਤੇ ਇਹ ਕਬਜ਼ੇ ਉਸੇ ਸਮੇਂ ਦੌਰਾਨ ਹੋਏ ਨੇ। ਸੀਐਮ ਮਾਨ ਦੇ ਵੱਲੋਂ ਇਹੀ ਗੱਲ ਕਹੀ ਗਈ ਹੈ ਕਿ ਲੇਕਿਨ ਸਾਡੀ ਸਰਕਾਰ ਦਾ ਇੱਕੋ ਹੀ ਟੀਚਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਜ਼ਮੀਨਾਂ ਨੇ, ਨਾਜਾਇਜ਼ ਕਬਜ਼ੇ ਨੇ, ਉਹਨਾਂ ਨੂੰ ਜੜ ਤੋਂ ਖਤਮ ਕਰ ਦਿੱਤਾ ਜਾਊਗਾ ਤੇ ਪੰਚਾਇਤੀ ਜ਼ਮੀਨ ਹੈ ਉਹ ਸਰਕਾਰ ਦੇ ਅੰਡਰ ਹੀ ਰਹੇਗੀ, ਜਿਸ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਕਿਉਂਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ। ਜੇਕਰ ਗੱਲ ਕੀਤੀ ਜਾਵੇ, ਜੰਗਲ ਕੱਟ ਦਿੱਤੇ ਜਾਂਦੇ ਨੇ ਘਰ ਬਣਾਉਣ ਦੇ ਲਈ, ਸੜਕਾਂ ਬਣਾਉਣ ਦੇ ਲਈ, ਲੇਕਿਨ ਦੂਜੇ ਪਾਸੇ ਸਿਸਵਾ ਫਾਰਮ ਹਾਊਸ ਦੇ ਨੇੜੇ ਇਹ 2828 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਜੇਕਰ ਕੀਮਤ ਤੁਹਾਨੂੰ ਮੈਂ ਦੱਸਾਂ ਤਾਂ ਤੁਸੀਂ ਵੀ ਸ਼ਾਇਦ ਹੈਰਾਨ ਹੋ ਜਾਓਗੇ। 250 ਏਕੜ ਮੈਦਾਨ ਦੀ ਜਿਹੜੀ ਜ਼ਮੀਨ ਹੈ ਉਸ ਤੋਂ ਕਬਜ਼ਾ ਛੁਡਵਾਇਆ ਹੈ। ਜਿਹੜੀ 2828 ਏਕੜ ਜ਼ਮੀਨ ਹੈ ਇਸ ਦੇ ਵਿੱਚ 250 ਏਕੜ ਮੈਦਾਨੀ ਜ਼ਮੀਨ ਹੈ ਤੇ ਬਾਕੀ ਪਹਾੜੀ ਜ਼ਮੀਨ ਦੱਸੀ ਜਾ ਰਹੀ ਹੈ ਜਿਸ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਵੱਡੇ ਰਸੂਖਦਾਰਾਂ ਨੇ। ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਤੇ ਉਹਨਾਂ ਦਾ ਪੂਰਾ ਪਰਿਵਾਰ ਸ਼ਾਮਿਲ ਹੈ। ਧੀ ਜਵਾਈ ਦਾ ਨਾਮ ਸਾਹਮਣੇ ਆਇਆ, ਉਹਨਾਂ ਦੇ ਆਪਣੇ ਮੁੰਡੇ ਇਮਾਨ ਸਿੰਘ ਮਾਨ, ਉਹਨਾਂ ਦਾ ਨਾਮ ਸਾਹਮਣੇ ਆਇਆ, ਜਿਸ ਦੇ ਹੇਠ ਜਿਹੜੀ ਹੈ 125 ਏਕੜ ਜ਼ਮੀਨ, ਬਹੁਤ ਵੱਡੀ ਜ਼ਮੀਨ ਹੁੰਦੀ ਹੈ। 125 ਏਕੜ ਜ਼ਮੀਨ ਜਿਹੜੀ ਹੈ ਉਹ ਦੱਬੀ ਹੋਈ ਸੀ। ਲੇਕਿਨ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੀ ਧੀ ਤੇ ਜਵਾਈ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਹੇਠ
28 ਏਕੜ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ। ਸੀਐਮ ਮਾਨ ਤਾਂ ਹੀ ਅੱਜ ਆਪ ਪਹੁੰਚ ਕੇ ਆਪਣੇ ਕਾਫਲੇ ਦੇ ਸਮੇਤ ਵੱਡੇ ਰਸੂਖਦਾਰਾਂ ਦੇ ਨਾਮ ਤੋਂ ਪਰਦਾਫਾਸ਼ ਕਰਨ ਦੇ ਲਈ ਉੱਥੇ ਆਪਣਾ ਕਾਫਲਾ ਲੈ ਕੇ ਪਹੁੰਚ ਜਾਂਦੇ ਨੇ। ਉੱਥੋਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਵੱਡੇ ਪੱਧਰ ਤੇ ਜੇਕਰ ਗੱਲ ਕੀਤੀ ਜਾਵੇ ਸੁਰੱਖਿਆ ਦਾ ਤਾਂ ਜਿਹੜਾ ਇੰਤਜ਼ਾਮ ਉਹ ਕੀਤਾ ਹੀ ਜਾਂਦਾ ਹੈ, ਕਿਉਂਕਿ ਸੀਐਮ ਮਾਨ ਦੀ ਸੁਰੱਖਿਆ ਦਾ ਸਵਾਲ ਹੈ, ਕੈਬਨਿਟ ਮੰਤਰੀ ਦੀ ਸੁਰੱਖਿਆ ਦਾ ਸਵਾਲ ਹੈ। ਬਾਕੀ ਉੱਥੇ ਵੱਡੇ ਰਸੂਖਦਾਰ ਨੇ, ਉਹਨਾਂ ਦੇ ਨਾਮ ਸਾਹਮਣੇ ਆਏ ਨੇ। ਪਿੰਡ ਵਾਸੀ ਵੀ ਉੱਥੇ ਦੇਖ ਰਹੇ ਸੀ ਇਹ ਸਾਰਾ ਨਜ਼ਾਰਾ ਕਿ ਕਿੰਨੇ ਵੱਡੇ ਕਾਫਲੇ ਦੇ ਨਾਲ ਸੀਐਮ ਮਾਨ ਉੱਥੇ ਪਹੁੰਚਦੇ ਨੇ। ਸਿਸਵਾ ਫਾਰਮ ਹਾਊਸ ਦੇ ਨੇੜੇ, ਮੁਹਾਲੀ ਦੇ ਨੇੜੇ ਜਿਹੜਾ ਮੁੱਲਾਪੁਰ ਹੈ, ਉੱਥੇ ਪਹੁੰਚ ਕੇ ਛੋਟੀ ਵੱਡੀ ਨੰਗਲ ਇਲਾਕੇ ਤੋਂ ਵੀ 2828 ਏਕੜ ਕਰੀਬ ਇਹ ਸਾਰਾ ਉਹ ਇਲਾਕਾ ਹੈ ਜਿੱਥੋਂ ਕਿ 2828 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਜਾਂਦਾ ਹੈ। ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਜ਼ਮੀਨ ਦੇ ਵਿੱਚੋਂ ਸੀਐਮ ਮਾਨ ਦਾ ਵੱਡਾ ਖੁਲਾਸਾ ਇਹ ਹੋਇਆ ਕਿ 50 ਕਰੋੜ ਦੀ ਖੈਰ ਦੀ ਲੱਕੜ ਵੀ ਸ਼ਾਮਲ ਹੈ ਇਸ ਜ਼ਮੀਨ ਦੇ ਵਿੱਚ। ਜੇਕਰ ਗੱਲ ਕੀਤੀ ਜਾਵੇ ਖੈਰ ਦੀ ਲੱਕੜ ਦੀ ਤਾਂ ਉਸ ਦੀ ਕੀਮਤ ਹੀ 50 ਕਰੋੜ ਦੱਸੀ ਜਾ ਰਹੀ ਹੈ ਤੇ ਇਹ ਸਾਰੀ ਜ਼ਮੀਨ ਦੀ 300 ਕਰੋੜ ਤੋਂ ਵੱਧ ਦੀ ਕੀਮਤ ਦੱਸੀ ਜਾ ਰਹੀ ਹੈ, ਕਿਉਂਕਿ ਹੁਣ ਤੱਕ ਜਿੰਨੀਆਂ ਵੀ ਜ਼ਮੀਨਾਂ ਤੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਏ ਗਏ ਨੇ, ਵੱਡੇ ਪੱਧਰ ਤੇ ਕਬਜ਼ੇ ਛੁਡਵਾਏ ਨੇ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਪਣੇ ਕਾਫਲੇ ਸਮੇਤ, ਆਪਣੇ ਜਿਹੜੇ ਵਿਭਾਗ ਦੇ ਮੈਂਬਰ ਨੇ ਉਹਨਾਂ ਦੇ ਸਮੇਤ ਪਹੁੰਚ ਕੇ ਘਰ ਘਰ ਜਾ ਕੇ, ਪਿੰਡ ਪਿੰਡ ਜਾ ਕੇ ਉਹਨਾਂ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੁਡਵਾਇਆ ਗਿਆ। ਕੱਲ ਤੱਕ ਇਹਦੀ ਜੇਕਰ ਗੱਲ ਕੀਤੀ ਜਾਵੇ 6200 ਜਿਹੜੀ ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ ਸੀ ਤੇ ਅੱਜ ਫਿਰ 2828 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾ ਲਿਆ ਜਾਂਦਾ ਤੇ ਅੱਜ ਜਿਹੜਾ ਵੱਡੀ ਕਾਰਵਾਈ ਹੁੰਦੀ ਹੈ ਪੰਜਾਬ ਸਰਕਾਰ ਦੀ, ਸੀਐਮ ਭਗਵੰਤ ਮਾਨ ਦੇ ਵੱਲੋਂ ਆਪ ਰੇਡ ਮਾਰਨ ਦੇ ਲਈ ਜਾਇਆ ਜਾਂਦਾ ਹੈ। ਸੀਐਮ ਮਾਨ ਦੀ ਕਿਹਾ ਜਾ ਸਕਦਾ ਹੈ ਕਿ ਸੀਐਮ ਮਾਨ ਨੇ ਰੇਡ ਕੀਤੀ ਹੈ ਵੱਡੇ ਰਸੂਖਦਾਰਾਂ ਦੇ ਉੱਤੇ। ਉਹਨਾਂ ਦੇ ਵੱਲੋਂ ਜਿਹੜੀ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ ਉਸ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦੇ ਹੇਠ ਲਿਆ ਕੇ ਸੀਐਮ ਮਾਨ ਨੇ ਇੱਕ ਵੱਡਾ ਮੈਸੇਜ ਦਿੱਤਾ ਹੈ ਕਿ ਹੁਣ ਵੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਕਿਸੇ ਵੱਡੇ ਰਸੂਖਦਾਰਾਂ ਨੇ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ, ਚਾਹੇ ਫਿਰ ਉਹ ਕਾਂਗਰਸ ਦੀ ਸਰਕਾਰ ਰਹੀ ਹੋਵੇ ਜਾਂ ਫਿਰ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ, ਲੰਮੇ ਸਮੇਂ ਤੋਂ ਵੱਡੇ ਰਸੂਖਦਾਰਾਂ ਨੇ ਇਹਨਾਂ ਜ਼ਮੀਨਾਂ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੋਇਆ ਸੀ। ਲੇਕਿਨ ਸੀਐਮ ਮਾਨ ਨੇ ਇੱਕ ਵੱਡਾ ਮੈਸੇਜ ਦਿੱਤਾ ਹੈ ਕਿ ਸਾਡੀ ਸਰਕਾਰ ਵੇਲੇ ਇਹ ਘਪਲੇਬਾਜ਼ੀ ਨਹੀਂ ਚੱਲੇਗੀ। ਕੋਈ ਵੀ ਘਪਲਾ ਸਰਕਾਰ ਦੇ ਹੇਠ ਰਹਿ ਕੇ ਨਹੀਂ ਚੱਲ ਸਕਦਾ। ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਮੈਸੇਜ ਦੇ ਦਿੱਤਾ ਹੈ ਲੋਕਾਂ ਨੂੰ ਵੀ ਅਤੇ ਵਿਰੋਧੀ ਧਿਰਾਂ ਦੇ ਉਹਨਾਂ ਮੰਤਰੀਆਂ ਨੂੰ, ਉਹਨਾਂ ਸਾਬਕਾ ਮੰਤਰੀਆਂ ਨੂੰ ਜਿਨ੍ਹਾਂ ਦੇ ਪਰਿਵਾਰ ਵਾਲੇ ਹੋਣ ਜਾਂ ਫਿਰ ਉਹਨਾਂ ਨੇ ਆਪ ਜਿਹੜੀ ਜ਼ਮੀਨ ਦੱਬੀ ਹੋਵੇ, ਉਸ ਨੂੰ ਲੈ ਕੇ ਵੱਡਾ ਮੈਸੇਜ ਦਿੱਤਾ ਹੈ ਕਿ ਤੁਸੀਂ ਪਿਛਲੀਆਂ ਸਰਕਾਰਾਂ ਵੇਲੇ ਜਿੰਨੀ ਮਨਮਾਨੀ ਕਰਨੀ ਸੀ ਉਹ ਤੁਸੀਂ ਕਰ ਲਈ ਹੈ, ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਡਰ ਰਹਿ ਕੇ ਤੁਸੀਂ ਆਹ ਘਪਲੇਬਾਜ਼ੀ ਨਹੀਂ ਕਰ ਸਕਦੇ। ਜਿਨ੍ਹਾਂ ਕੋਲ ਵੀ ਹਾਲੇ ਵੀ ਜਿਹੜੀ ਪੰਚਾਇਤੀ ਜ਼ਮੀਨ ਤੇ ਕਬਜ਼ੇ ਕੀਤੇ ਹੋਏ ਨੇ, ਉਹ ਇੱਕ ਮੈਸੇਜ ਦਿੱਤਾ ਹੈ ਸੀਐਮ ਮਾਨ ਨੇ ਕਿ ਉਹਨਾਂ ਜ਼ਮੀਨਾਂ ਤੋਂ ਕਬਜ਼ੇ ਛੱਡਣੇ ਹੀ ਪੈਣਗੇ, ਫਿਰ ਚਾਹੇ ਉਹ ਕੋਈ ਵੱਡਾ ਰਸੂਖਦਾਰ ਹੋਵੇ, ਕੋਈ ਸਾਬਕਾ ਮੰਤਰੀ ਹੋਵੇ ਜਾਂ ਫਿਰ ਲੋਕ ਸਭਾ ਮੈਂਬਰ ਦਾ ਜਿਹੜਾ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਪਰਿਵਾਰ ਵਾਲੇ ਹੀ ਕਿਉਂ ਨਾ ਹੋਣ। ਲੇਕਿਨ ਉਹਨਾਂ ਦੇ ਵੱਲੋਂ ਵੀ ਜੇਕਰ ਇਸ ਜ਼ਮੀਨ ਨੂੰ ਦੱਬਿਆ ਗਿਆ ਤਾਂ ਉਹਨਾਂ ਦੀ ਜਿਹੜੀ ਨਾਜਾਇਜ਼ ਕਬਜ਼ੇ ਛੁਡਵਾ ਲਏ ਗਏ ਨੇ, ਉਹਨਾਂ ਤੋਂ ਵੀ ਪੰਚਾਇਤੀ ਜ਼ਮੀਨਾਂ ਤੇ ਇਹਨਾਂ ਲੋਕਾਂ ਨੇ, ਵੱਡੇ ਰਸੂਖਦਾਰਾਂ ਨੇ ਵੱਡੇ ਪੱਧਰ ਤੇ ਕਾਫੀ ਲੰਮੇ ਸਮੇਂ ਤੋਂ ਆਪਣੇ ਕਬਜ਼ੇ ਕੀਤੇ ਹੋਏ ਸੀ ਤੇ ਸੀਐਮ ਮਾਨ ਨੇ ਇਹਨਾਂ ਸਾਰਿਆਂ ਦਾ ਉਹ ਹੰਕਾਰ ਵੀ ਤੋੜ ਦਿੱਤਾ ਹੈ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸੀਐਮ ਮਾਨ ਦਾ ਕਹਿਣਾ ਹੈ ਕਿ ਜੇਕਰ ਨੀਅਤ ਸਾਫ਼ ਹੋਵੇ ਪੰਜਾਬ ਸਰਕਾਰ ਦੀ ਤਾਂ ਨੀਅਤ ਸਾਫ਼ ਜੇਕਰ ਹੁੰਦੀ ਹੈ ਤਾਂ ਫਿਰ ਕੁਝ ਵੀ ਪੋਸੀਬਲ ਹੋ ਸਕਦਾ ਹੈ। ਕਿਉਂਕਿ ਸੀਐਮ ਮਾਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਵਿਰੋਧੀ ਧਿਰ ਜਦੋਂ ਸਾਨੂੰ ਪੁੱਛਦੇ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਪੈਸਾ ਕਿੱਥੋਂ ਲੈ ਕੇ ਆਓਗੇ ਤਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਸੀ ਕਿ ਸਿਸਵਾ ਫਾਰਮ ਹਾਊਸ ਅਤੇ ਜਿਹੜੀ ਇੱਥੋਂ ਦੀ ਪਹਾੜੀਆਂ, ਇੱਥੋਂ ਤੋਂ ਹੀ ਪੈਸਾ ਆਵੇਗਾ ਤੇ ਅਸੀਂ ਪੈਸਾ ਉਹ ਕੱਢ ਕੇ ਵਿਖਾਇਆ ਹੈ। ਕਿਉਂਕਿ ਜੇਕਰ ਕੀਮਤ ਦੀ ਗੱਲ ਕੀਤੀ ਜਾਵੇ 300 ਕਰੋੜ ਤੋਂ ਵੱਧ ਦੀ ਕੀਮਤ ਹੈ ਇਸ ਸਾਰੀ ਪੰਚਾਇਤੀ ਜ਼ਮੀਨ ਦੀ। ਇਹਦੇ ਨਾਲ ਇੱਕ ਹੋਰ ਵੱਡਾ ਖੁਲਾਸਾ ਹੈ ਕਿਉਂਕਿ ਇਸ ਜ਼ਮੀਨ ਤੇ ਜਿਹੜੀ ਖੈਰ ਦੀ ਲੱਕੜ ਹੈ ਉਹ ਵੀ ਸ਼ਾਮਲ ਹੈ, ਉਸ ਦੀ ਕੀਮਤ ਵੀ 50 ਕਰੋੜ ਰੁਪਏ ਹੈ। ਤਾਂ ਵੱਡੀ ਕੀਮਤ ਹੈ ਪੰਜਾਬ ਸਰਕਾਰ ਦੇ ਅੰਡਰ। ਕਿਉਂ ਪੰਜਾਬ ਦੇ ਉੱਤੇ ਕਰਜ਼ਾ ਆਇਆ, ਇੱਕ ਵੱਡਾ ਸਵਾਲ ਸੀ। ਪਿਛਲੀਆਂ ਸਰਕਾਰਾਂ ਇਹੀ ਕਹਿੰਦੀਆਂ ਸੀ ਕਿ ਸਰਕਾਰੀ ਖਜ਼ਾਨਾ ਖਾਲੀ ਹੈ ਖਜ਼ਾਨਾ, ਲੇਕਿਨ ਇਸ ਨੂੰ ਲੈ ਕੇ ਵੱਡੇ ਜਿਹੜੇ ਖੁਲਾਸੇ ਵੀ ਹੁਣ ਤੱਕ ਹੁੰਦੇ ਨਜ਼ਰ ਆਏ ਨੇ। ਜੇਕਰ ਅਸੀਂ ਗੱਲ ਕੀਤੀ ਜਾਵੇ ਭ੍ਰਿਸ਼ਟਾਚਾਰ ਨੂੰ ਲੈ ਕੇ, ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਹਿਲੇ ਦਿਨ ਤੋਂ ਹੀ ਕਾਫੀ ਜ਼ਿਆਦਾ ਸਰਗਰਮ ਰਹਿੰਦੀ ਹੈ। ਦੂਜੇ ਪਾਸੇ ਵਿਰੋਧੀ ਧਿਰ ਹਮੇਸ਼ਾ ਹੀ ਸੰਸਦ ਦੇ ਵਿੱਚ ਵੀ ਬਹਿਸਬਾਜ਼ੀ ਦੇ ਦੌਰਾਨ ਇੱਕੋ ਹੀ ਗੱਲ ਪੁੱਛੀ ਜਾਂਦੀ ਸੀ ਕਿ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਪੈਸਾ ਕਿੱਥੋਂ ਲੈ ਕੇ
के आवेगी। पंजाब दे उत्ते इन्ना कर्जा चढ़िया होया है, उस कर्जे नूं किस तरह उतारिया जावेगा। लेकिन इस जमीनां तो कब्जे छुड़वा के इसकी कीमत नूं जनतक करके सीएम मान ने यह साबित कर दिता है कि जेकर पंजाब सरकार की नीयत साफ होवे तां पंजाब पहला वर्गा खुशहाल ते रंगला पंजाब बन सकता है। लेकिन उसनूं बनाया नहीं गया, जानबूझ के कर्जे हेठ उसनूं दबा दिता गया। पंजाब दे नौजवानों नूं नशियां दे विच लगा दिता गया तां जो पंजाब दे नौजवान बिल्कुल खराब हो जाण अते सरकारां अपणियां मनमानियां कर सकण। लोकां नूं इस तरह दे नाल बेवकूफ बनाया गया है कि सरकार जेकर चाहुंदी है तां सरकार लोकां नूं रोजगार भी दे सकती है ते बेरोजगार भी उन्होंने बना सकती है। लेकिन हुण आम आदमी पार्टी की सरकार ने जिन्ने वड्डे पद्धर ते कार्रवाई की है, सीएम भगवंत मान ने जिन्ने वड्डे पद्धर ते कार्रवाई की है, आने वाला समा दसेगा। क्योंकि ये कार्रवाई तो लोग काफ़ी ज़्यादा खुश होणगे, क्योंकि सिसवा फार्म हाउस नेड़े मोहाली दे इलाकिਆਂ दे नेड़े चंडीगढ़ दे इलाकिਆਂ दे नेड़े जिन्नियां महंगियां जमीनां ने, कोई आम व्यक्ति जो रोजी रोटी अपनी एक नौकरी पेशा करके कमाउंदा है वो सोच भी नहीं सकता मोहाली ते चंडीगढ़ वर्गे आस-पास इलाकिਆਂ दे विच कोई भी प्लाट लैण दा या मकान लैण दा, अपनी जमीन खरीदण दा। लेकिन दूजे पासे वड्डे रसूखदार ने जो कि सरकार दे खजाने दे विच उन्हां नूं चकमा दे रहे सी काफ़ी लंबे समय तो, जिथे आम लोग अपने घर नूं तरसदे ने, उत्थे ये वड्डे रसूखदार ने लोक सभा मैंबर सिमरनजीत सिंह मान दे परिवार उन्हां दे वल्लों भी नाजायज कब्जा किया गया पंचायती जमीन दे उत्ते। क्योंकि वड्डा खुलासा जिहड़ा है इस लिस्ट दे विच होया, जो कि अज प्रैस कॉन्फ्रेंस करके भी पंचायत मंत्री मौजूदा पंचायत मंत्री ने कुलदीप धालीवाल उन्हां दे वल्लों वड्डा खुलासा किया गया। सीएम भगवंत मान दे वल्लों वड्डा खुलासा किया गया कि संगरूर तो लोक सभा मैंबर ने सिमरनजीत सिंह मान उन्हां दे पुत्तर ईमान सिंह मान दे हेठ 125 एकड़ जमीन ते कब्जा किया गया सी। दूजे पासे सिमरनजीत सिंह मान दे पुत्तर ही नहीं बल्कि उन्हां दी धी ते जवाई दे हेठ भी 28 एकड़ जमीन ते नाजायज कब्जा किया गया सी। गुरप्रीत सिंह कांगड़ साबका मंत्री ने उन्हां दे पुत्तर हरमनदीप सिंह धालीवाल दे हेठ 5 एकड़ जमीन दब्बी हुई सी। दूजे पासे फौजा सिंह दा नाम सामने आया है जो कि इंफ्रास्ट्रक्चर प्राइवेट लिमिटेड कंपनी दे नाल संबंध रखदा है। इस दे वल्लों 1100 एकड़ जमीन ते कब्जा किया होया सी। वड्डी कार्रवाई हुई है। दीपक बांसल पुत्र रूपचंद बांसल 12 एकड़ जमीन ते कब्जा किया होया सी। तेजवीर सिंह पुत्र उस दे हेठ जिहड़ा 10 एकड़ जमीन ते कब्जा किया होया सी। रीटा शर्मा पीटीसी दे नाल संबंध रखदी है। पीटीसी दे नाल संबंध रखण वाली रीटा शर्मा नाम दी एक लेडी दे हेठ जिहड़ा 4 एकड़ जमीन ते कब्जा किया होया सी। दीपिंदरपाल चहल पुत्र बलदेव सिंह 8 एकड़ जमीन ते कब्जा किया होया सी। मनजीत सिंह धनोआ ने 5 एकड़ जमीन ते कब्जा किया होया सी। ये जिहड़े कब्जे ने ये नाजायज कब्जे सी पंचायती जमीनां दे उत्ते। सिसवा फार्म हाउस नेड़े मोहाली दे मुल्लापुर इलाके दे विच छोटी वड्डी नंगल इलाके तो 2828 एकड़ जमीन तो कब्जा छुड़वाया है। 2828 एकड़ जमीन तो कब्जा छुड़वा के सीएम मान ने अज वड्डा जड़ा एक मैसेज दिता है उन्हां लोकां नूं भी कि हाले भी पंजाब दे विच जिन्हां लोकां दे वल्लों पंचायती जमीनां दे उत्ते कब्जे कीते होए ने ਉਹ सुधर जान। क्योंकि सीएम मान या फिर उन्हां दी सरकार ਇਹ बिल्कुल बर्दाश्त नहीं करेगी कि पंजाब दे विच भ्रिष्टाचार होवे या फिर वड्डे रसूखदार होण, चाहे वह कांग्रेस दे वड्डे लीडर ही क्यों ना होण, अकाली दल दे वड्डे लीडर ही क्यों ना होण, या फिर लोक सभा मैंबर सिमरनजीत सिंह मान दे परिवार वाले या सिमरनजीत सिंह मान ही क्यों ना होण। जेकर पंजाब सरकार अपनी नीयत साफ रख रही है तां फिर ਜਿਹੜੇ पंचायती जमीनां ते नाजायज कब्जे किए गए ने वो बिल्कुल छुड़वाए जाएंगे, फिर चाहे सामने वाला कोई वड्डा लीडर ही क्यों ना होवे। सीएम मान दे वल्लों साफ तौर ते कहा गया है कि ये लोकां दा पैसा है, लोकां तक ही पहुंचाया जाऊगा। लोग पंजाब दे नौजवान नशियां दे हेठ जवानी दे विच ही अपनियां मावां नूं अपने परिवारां नूं छड्ड के तुर जांदे ने। लेकिन अजिहे हालातां दे विच अजिहे वड्डे रसूखदार ने जो अपने घरां नूं भरन दे विच लगे होए ने। पंजाब दे लोकां दा की हाल है? सीएम मान दा कहना है कि मैं आप जाके वेख्या है किसान खुदकुशियां कर रहे ने, किसान खुदकुशी कर रहे ने कर्जे हेठ आके, उन्हां कोल पैसा नहीं है। बेरोजगार नौजवान किथे जान? वो विदेश जान दे लई डोंकी लगा के या फिर गैर कानूनी ढंग दे नाल
ਜਾਂਦੇ ਨੇ ਜੋ ਕਿ ਇੰਨੇ ਪੈਸੇ ਨਹੀਂ ਲਗਾ ਸਕਦੇ ਬਾਹਰ ਜਾਣ ਦੇ ਲਈ, ਜੋ ਕਾਨੂੰਨੀ ਢੰਗ ਦੇ ਨਾਲ ਜਾ ਸਕਦੇ ਨੇ। ਲੇਕਿਨ ਅਜਿਹੇ ਹਾਲਾਤ ਪੰਜਾਬ ਦੇ ਹੋ ਗਏ ਨੇ। ਪੰਜਾਬ ਦਾ ਪੈਸਾ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਤੇ ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹ ਕਿਸ ਤਰ੍ਹਾਂ ਦਿੱਤਾ ਜਾਊਗਾ, ਵਾਪਸ ਕਿਸ ਤਰ੍ਹਾਂ ਦਿੱਤਾ ਜਾਊਗਾ। ਸੀਐਮ ਮਾਨ ਦੇ ਵੱਲੋਂ ਕਹਿਣਾ ਹੈ ਕਿ ਹਜੇ ਸਾਡੀ ਸਰਕਾਰ ਨੂੰ ਬਣੇ ਕੁਝ ਹੀ ਸਮਾਂ ਹੋਇਆ ਹੈ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਤਸਵੀਰ ਹੈ ਉਹ ਬਿਲਕੁਲ ਬਦਲ ਦਿੱਤੀ ਜਾਊਗੀ। ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣੇਗਾ। ਗ੍ਰਾਫਿਕਸ ਤੁਸੀਂ ਵੇਖ ਰਹੇ ਹੋ। ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ 125 ਏਕੜ ਜ਼ਮੀਨ ਉਸਦੇ ਹੇਠੋਂ ਦੱਬੀ ਗਈ ਹੈ। ਸਿਮਰਨਜੀਤ ਸਿੰਘ ਮਾਨ ਦੀ ਧੀ ਤੇ ਜਵਾਈ ਦੇ ਕਬਜ਼ੇ ਹੇਠ 28 ਏਕੜ ਜ਼ਮੀਨ ਦੱਬੀ ਗਈ ਹੈ। ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ ਨੇ ਉਹਨਾਂ ਦੇ ਪੁੱਤਰ ਹਰਮਨਦੀਪ ਸਿੰਘ ਧਾਲੀਵਾਲ ਹੇਠ 5 ਏਕੜ ਜ਼ਮੀਨ ਦੱਬੀ ਹੋਈ ਹੈ। ਫੌਜਾ ਸਿੰਘ ਇੰਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਹੇਠ 1100 ਏਕੜ ਜ਼ਮੀਨ ਦੱਬੀ ਹੋਈ ਸੀ। ਦੀਪਕ ਬਾਂਸਲ ਪੁੱਤਰ ਰੂਪਚੰਦ ਬਾਂਸਲ 12 ਏਕੜ, ਤੇਜਵੀਰ ਸਿੰਘ ਦੇ ਅੰਡਰ 10 ਏਕੜ ਜ਼ਮੀਨ ਦੱਬੀ ਹੋਈ ਸੀ। ਰੀਟਾ ਸ਼ਰਮਾ ਪੀਟੀਸੀ ਦੇ ਨਾਲ ਸੰਬੰਧ ਰੱਖਦੀ ਹੈ, 4 ਏਕੜ ਜ਼ਮੀਨ ਉਸਨੇ ਦੱਬੀ ਸੀ। ਦੀਪਿੰਦਰਪਾਲ ਚਹਿਲ ਪੁੱਤਰ ਬਲਦੇਵ ਸਿੰਘ 8 ਏਕੜ ਜ਼ਮੀਨ ਤੇ ਦੂਜੇ ਪਾਸੇ ਮਨਜੀਤ ਸਿੰਘ ਧਨੋਆ 5 ਏਕੜ। ਇਹ ਉਹ ਨਾਮ ਨੇ ਵੱਡੇ ਰਸੂਖਦਾਰ ਨੇ ਜਿਨ੍ਹਾਂ ਨੇ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਕਾਨੂੰਨ ਦੇ ਡਰ ਤੋਂ, ਕਿਉਂਕਿ ਇਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਵੱਡੇ ਰਸੂਖਦਾਰ ਨੇ, ਤਾਂ ਹੀ ਅੱਜ ਸੀਐਮ ਮਾਨ ਆਪਣਾ ਕਾਫਲਾ ਲੈ ਕੇ ਆਪ ਪਹੁੰਚੇ ਸੀ। ਕੁਲਦੀਪ ਧਾਲੀਵਾਲ ਪੰਚਾਇਤ ਮੰਤਰੀ ਦੇ ਨਾਲ ਆਪ ਉਹ ਕਾਫਲਾ ਲੈ ਕੇ ਪਹੁੰਚਦੇ ਨੇ, ਜਿੱਥੇ ਵੱਡੇ ਰਸੂਖਦਾਰਾਂ ਦੇ ਹੇਠੋਂ ਨਾਜਾਇਜ਼ ਕਬਜ਼ਾ ਛੁਡਵਾ ਕੇ ਪੰਚਾਇਤੀ ਜ਼ਮੀਨ ਪੰਚਾਇਤ ਸਰਕਾਰ ਦੇ ਅੰਡਰ ਆਪ ਕੀਤੀ ਜਾਂਦੀ ਹੈ ਤੇ 300 ਕਰੋੜ ਤੋਂ ਵੱਧ ਇਸ ਜ਼ਮੀਨ ਦਾ ਜਿਹੜਾ ਰੇਟ ਦੱਸਿਆ ਜਾ ਰਿਹਾ ਹੈ ਕਿ 300 ਕਰੋੜ ਜ਼ਮੀਨ ਤੋਂ ਵੱਧ ਜਿਹੜੀ ਕੀਮਤ ਹੈ, 300 ਕਰੋੜ ਤੋਂ ਵੱਧ ਜ਼ਮੀਨ ਦੀ ਕੀਮਤ ਹੈ। 50 ਕਰੋੜ ਇਸ ਦੇ ਵਿੱਚ ਖੈਰ ਦੀ ਲੱਕੜ ਮੌਜੂਦ ਹੈ। ਦੂਜੇ ਪਾਸੇ 250 ਏਕੜ ਮੈਦਾਨੀ ਜ਼ਮੀਨ ਹੈ ਤੇ ਬਾਕੀ ਪਹਾੜੀ ਜ਼ਮੀਨ ਦੱਸੀ ਜਾ ਰਹੀ ਹੈ, ਜਿਸ ਤੇ ਸੀਐਮ ਮਾਨ ਦੀ ਵੱਡੀ ਕਾਰਵਾਈ ਹੋਈ ਹੈ ਤੇ ਸਾਰੀ 2828 ਏਕੜ ਜ਼ਮੀਨ ਤੇ ਨਾਜਾਇਜ਼ ਕਬਜ਼ਾ ਸੀ, ਜਿਸ ਨੂੰ ਪੰਚਾਇਤੀ ਜ਼ਮੀਨ ਤੇ ਸਰਕਾਰ ਦੇ ਅੰਡਰ ਸੀਐਮ ਮਾਨ ਦੇ ਵੱਲੋਂ ਕਰ ਲਿਆ ਗਿਆ।